शहीदों की चिताओं पर लगेंगे हर बरस मेले, वतन पे मिटने वालों का यही बाकी निशान होगा। ਅੱਜ ਅਸੀਂ ਇੱਕ ਐਸੇ ਬਹਾਦਰ ਇਨਸਾਨ ਦੀ ਯਾਦ ਤਾਜ਼ਾ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਤੇ ਲੇਖੇ ਲਗਾਇਆ। ਜੀ ਗੱਲ ਕਰ ਰਹੇ ਹਾਂ ਸੂਬੇਦਾਰ ਮੇਜਰ ਪੇਸ਼ਾਵਰ ਸਿੰਘ, ਜੋ ਅੱਜ ਤੋਂ 34 ਸਾਲ ਪਹਿਲਾਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਅੱਜ ਉਹਨਾਂ ਦੀ ਬਰਸੀ ਦੇ ਮੌਕੇ ਦੇ ਉੱਪਰ ਉਹਨਾਂ ਦੇ ਹੀ ਪਾਏ ਪੂਰਨਿਆਂ ਤੇ ਚਲਦੇ ਹੋਇਆਂ ਫੌਜ ਦੇ ਵਿੱਚ ਸੇਵਾ ਕਰ ਰਹੇ ਉਹਨਾਂ ਦੇ ਬੇਟੇ ਜੋ ਕਿ ਆਰਮੀ ਵਿੱਚ ਕਰਨਲ ਨੇ ਨਾਲ ਗੱਲਬਾਤ ਕਰਦੇ ਹਾਂ। ਸੂਬੇਦਾਰ ਮੇਜਰ ਪੇਸ਼ਾਵਰ ਸਿੰਘ ਜਿਨ੍ਹਾਂ ਨੇ ਫੌਜ ਨੂੰ ਇੱਕ ਸਿਪਾਹੀ ਦੇ ਤੌਰ ਤੇ ਜੁਆਇਨ ਕੀਤਾ ਤੇ ਉਹ ਸੂਬੇਦਾਰ ਮੇਜਰ ਬਣੇ ਔਰ ਉਹਨਾਂ ਦੇ ਦੋਨੋਂ ਬੇਟੇ ਅੱਜ ਫੌਜ ਦੇ ਵਿੱਚ ਕਰਨਲ ਨੇ। ਸਿਰਫ ਸੂਬੇਦਾਰ ਮੇਜਰ ਪੇਸ਼ਾਵਰ ਸਿੰਘ ਜੀ ਨੇ ਦੇਸ਼ ਪ੍ਰੇਮ ਬਾਰਡਰ ਤੇ ਹੀ ਨਹੀਂ ਨਿਭਾਇਆ ਬਲਕਿ ਆਪਣੇ ਪਿੰਡ ਸੁਧਾਰ ਵਿੱਚ ਵੀ ਸਮਾਜ ਸੇਵਾ ਕੀਤੀ ਔਰ ਇਸ ਨੂੰ ਸੁਧਾਰਨ ਲਈ ਬਹੁਤ ਸਾਰੇ ਕੰਮ ਕੀਤੇ। ਆਓ ਕਰਦੇ ਹਾਂ ਗੱਲਬਾਤ ਕਰਨਲ ਸਾਹਿਬ ਨਾਲ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਐਸੇ ਇਨਸਾਨ ਦੇ ਨਾਲ ਜੋ 34 ਇਅਰਸ ਦੇ ਲੰਬੇ ਅੰਤਰਾਲ ਤੋਂ ਬਾਅਦ ਅੱਜ ਵੀ ਆਪਣੇ ਪਾਪਾ ਦੇ ਨਾਲ ਉਹੀ ਵਾਈਬ੍ਰੇਸ਼ਨਾਂ, ਉਹੀ ਪਵਿੱਤਰਤਾ, ਉਹੀ ਪੋਜ਼ਿਟਿਵਿਟੀ ਸਾਡੀ ਮੁਰਾਦ ਆ ਕਰਨਲ ਸਾਹਿਬ ਦੇ ਨਾਲ, ਜਿਨ੍ਹਾਂ ਨੇ ਆਪਣੇ ਫਾਦਰ ਦੀ ਯਾਦ ਦੇ ਵਿੱਚ 34th ਅੱਜ ਡੇ ਹੈਗਾ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸੋ ਮਚ ਸਰ ਜੀ। ਕਰਨਲ ਸਾਹਿਬ, ਅੱਜ ਜਦੋਂ ਵੈਲਿਊਜ਼ ਜਿਹੜੀਆਂ ਡਿਮੈਂਸ਼ ਹੋ ਰਹੀਆਂ ਨੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਏਜ ਵੀ ਇੰਨੀ ਜ਼ਿਆਦਾ ਨਹੀਂ ਲੱਗ ਰਹੀ ਔਰ 34 ਇਅਰਸ ਹੋ ਗਏ ਉਸ ਮਹਿਰੂਮ ਪਿਤਾ ਨੂੰ ਗਏ ਹੋਏ ਔਰ ਅੱਜ ਵੀ ਤੁਸੀਂ ਉਹਨਾਂ ਨੂੰ ਉਸੇ ਦਿਲ ਦੀਆਂ ਗਹਿਰਾਈਆਂ 'ਚੋਂ ਯਾਦ ਕਰ ਰਹੇ ਹੋ ਔਰ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਚੀਜ਼ਾਂ ਜਿਹੜੀਆਂ ਹੈਗੀਆਂ ਉਜਾਗਰ ਹੋ ਰਹੀਆਂ ਨੇ। ਮਾਤਾ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਬੱਚੇ ਜਿਹੜੇ ਹੈਗੇ ਆ ਉੱਦਾਂ ਹੀ ਅੱਜ ਵੀ ਮਤਲਬ ਉਹੀ ਉਹਨਾਂ ਦੇ ਮਨ ਦੇ ਵਿੱਚ ਸਮਾਇਆ ਹੈ। ਹਾਂਜੀ, ਇਹ ਮੇਰੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਦਾ ਜਨਮ ਹੋਇਆ ਸੀ 1929 ਦੇ ਵਿੱਚ ਅਤੇ 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਰਮੀ ਜੁਆਇਨ ਕੀਤੀ ਐਜ਼ ਏ ਸਿਪਾਹੀ ਅਤੇ 30 ਇਅਰਸ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਆਰਮੀ ਦੇ ਵਿੱਚ ਅਤੇ ਸੂਬੇਦਾਰ ਮੇਜਰ ਦੇ ਰੈਂਕ 'ਤੇ ਰਿਟਾਇਰ ਹੋਏ। ਇਹਨਾਂ ਦਾ ਡਿਪਾਰਟਮੈਂਟ EME ਦਾ ਸੀਗਾ, ਇਲੈਕਟ੍ਰੀਕਲ ਮਕੈਨੀਕਲ ਇੰਜੀਨੀਅਰ। ਅਤੇ ਇਸ ਦੌਰਾਨ ਇਹਨਾਂ ਨੇ ਸਾਨੂੰ, ਅਸੀਂ 3 ਬ੍ਰਦਰ ਹਾਂ ਅਤੇ ਮਦਰ ਨੇ ਸਾਡੇ, ਅਤੇ ਫਾਦਰ ਨੇ ਬਹੁਤ ਹਾਰਡ ਵਰਕ ਕੀਤਾ। ਸਾਡੀ ਮਦਰ ਗੁਰਨਾਮ ਕੌਰ ਜਿਹੜੇ ਹਲੇ ਅਲਾਈਵ ਨੇ, ਉਹਨਾਂ ਨੇ ਵੀ ਬਹੁਤ ਕੀਤਾ ਅਤੇ ਸਾਨੂੰ ਬਹੁਤ ਅੱਛੀ ਤਾਲੀਮ ਦਿੱਤੀ ਹੈ। ਕੌਨਵੈਂਟ ਸਕੂਲਾਂ ਦੇ ਵਿੱਚ ਸਾਡੀ ਪੜ੍ਹਾਈ ਕਰਾਈ ਅਤੇ ਇਸ ਦੀ ਬਦੌਲਤ, ਉਹਨਾਂ ਦੀ ਹਾਰਡ ਵਰਕ ਦੀ ਬਦੌਲਤ ਅਸੀਂ 3 ਬ੍ਰਦਰ 'ਚੋਂ 2 ਆਰਮੀ 'ਚ ਕਰਨਲ ਬਣੇ। ਅਤੇ ਜਿਹੜਾ ਸਭ ਤੋਂ ਛੋਟਾ ਬ੍ਰਦਰ ਹੈ ਉਹ ਇੱਕ ਟੀਚਰ ਹੈ ਲੁਧਿਆਣਾ ਦੇ ਵਿੱਚ, ਪੰਜਾਬ ਗੌਰਮੈਂਟ ਦੇ ਵਿੱਚ। ਅਤੇ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ। ਕੋਈ ਵੀ ਜੇ ਆਦਮੀ ਜਿਹੜਾ ਸਿਪਾਹੀ ਹੁੰਦਾ ਹੈ, ਸਿਪਾਹੀ ਤੋਂ ਉਹ ਸੂਬੇਦਾਰ ਮੇਜਰ ਦੇ ਰੈਂਕ 'ਤੇ ਰਾਈਜ਼ ਕਰਦਾ ਹੈ, ਜੋ ਕਿ ਕਲਾਸ 2 ਗੈਸਟਡ ਅਫਸਰ ਦੀ ਪੋਸਟ ਹੁੰਦੀ ਹੈ। ਅਤੇ ਉਸ ਤੋਂ ਬਾਅਦ ਆਪਦੇ ਬੱਚਿਆਂ ਨੂੰ ਕਲਾਸ 1 ਗੈਸਟਡ ਅਫਸਰ ਬਣਾਉਣਾ, ਇਹਦੇ ਵਿੱਚ ਮੇਰੇ ਮਾਤਾ ਜੀ ਗੁਰਨਾਮ ਕੌਰ ਅਤੇ ਫਾਦਰ ਸਾਹਿਬ ਦਾ ਬੇਸ਼ੁਮਾਰ ਉਹਨਾਂ ਦਾ ਯੋਗਦਾਨ ਰਿਹਾ ਹੈ। ਅਤੇ ਅਨਫੋਰਚੂਨੇਟਲੀ ਉਹ 1987 'ਚ ਐਕਸਪਾਇਰ ਕਰ ਗਏ ਬਿਕੋਜ਼ ਆਫ ਇਲਨੈਸ। ਅਤੇ ਉਸ ਵੇਲੇ ਉਹਨਾਂ ਦੀ ਏਜ ਸਿਰਫ 60 ਇਅਰਸ ਸੀ ਅਤੇ ਹੁਣ ਉਹਨਾਂ ਦੀ ਡੈਥ ਨੂੰ ਅੱਜ 34 ਇਅਰਸ ਹੋ ਗਏ ਨੇ। ਅੱਜ 34ਵੀਂ ਬਰਸੀ ਹੈ ਅਤੇ ਉਸ ਬਰਸੀ ਦੇ ਮੌਕੇ 'ਤੇ ਮੇਰੇ ਮਦਰ ਜਿਹੜੇ ਹੁਣ ਅਲਾਈਵ ਨੇ, ਉਹਨਾਂ ਦੀ ਏਜ 87 ਹੈ ਅਤੇ ਉਹ ਲੁਧਿਆਣਾ ਜਿਹੜਾ ਸਾਡਾ ਐਨਸੈਸਟਰਲ ਵਿਲੇਜ ਹੈਗਾ, ਡਿਸਟ੍ਰਿਕਟ ਲੁਧਿਆਣਾ ਵਿਲੇਜ ਗੁਰੂ ਸਰਸੋਦਾਰ, ਉੱਥੇ ਮੇਰੇ ਮੰਮੀ ਹੁਣ ਕੁਝ ਦਿਨਾਂ ਲਈ ਗਏ ਹੋਏ ਨੇ। ਅਤੇ ਅਸੀਂ ਸਾਰਾ ਪਰਿਵਾਰ ਜਿਹੜਾ ਅਸੀਂ 3 ਬ੍ਰਦਰ, ਸਾਡੇ ਬਹੂਆਂ ਅਤੇ ਸਾਡੇ ਉਹਨਾਂ ਦੇ ਗ੍ਰੈਂਡ ਚਿਲਡਰਨ, ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮਸ ਵੀ ਅਸੀਂ ਹਰ ਸਾਲ ਯਾਦ ਕਰਦੇ ਰਹਾਂਗੇ ਉਹਨਾਂ ਨੂੰ। ਸਰ, ਇੱਕ ਪਾਸੇ ਜਿਹੜਾ ਆਪਣਾ ਯੂਥ ਹੈਗਾ ਉਹ ਪਲਾਨ ਕਰ ਰਿਹਾ ਹੈਗਾ ਔਰ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਇਸ ਦੇਸ਼ ਦੀ ਸੇਵਾ ਕਰਨ ਦੇ ਲਈ ਕਰਨਲ ਦੇ ਅਹੁਦਿਆਂ ਦੇ ਉੱਤੇ ਜਿਹੜਾ ਹੈਗਾ ਤੁਸੀਂ ਅੱਜ ਬਿਰਾਜਮਾਨ ਹੋ, ਕਲਾਸ 1 ਦੇ ਆਫਿਸਰ 'ਤੇ। ਕੀ ਕਹਿਣਾ ਚਾਹੋਗੇ ਕਿ ਅਪਰਚੁਨਿਟੀਜ਼ ਤੁਹਾਨੂੰ ਵੀ ਸੀਗੀਆਂ ਬਾਹਰ ਜਾਣ ਦੀਆਂ, ਤੁਹਾਡੇ ਕੋਲ ਵੀ ਐਜੂਕੇਸ਼ਨ ਸੀਗੀ, ਲੇਕਿਨ ਫਿਰ ਵੀ ਤੁਸੀਂ ਚੂਜ਼ ਕੀਤਾ ਇੰਡੀਅਨ ਨੈਸ਼ਨੈਲਿਟੀ ਨੂੰ ਔਰ ਆਪਣੇ ਦੇਸ਼ ਦੀ ਸੇਵਾ ਕਰਨ ਦੇ ਵਿੱਚ ਤੁਸੀਂ ਆਪਣਾ ਮਾਣ ਮਹਿਸੂਸ ਕੀਤਾ? ਹਾਂਜੀ, ਇਹ ਕਿਉਂਕਿ ਅਸੀਂ ਚਾਈਲਡਹੁੱਡ ਤੋਂ ਹੀ ਫਾਦਰ ਸਾਹਿਬ ਆਰਮੀ ਦੇ ਵਿੱਚ ਸੀਗੇ ਅਤੇ ਅਸੀਂ ਮਿਲਟਰੀ ਸਟੇਸ਼ਨਾਂ ਦੇ ਵਿੱਚ ਵੱਡੇ ਪਲੇ ਅਤੇ ਉਹ ਜਿਹੜੀ ਨੈਸ਼ਨੈਲਿਟੀ ਦੀ ਫੀਲਿੰਗ ਹੈ ਉਹ ਬਹੁਤ ਸਟਰੋਂਗ ਸੀਗੀ ਸ਼ੁਰੂਆਤ ਤੋਂ ਹੀ, ਬਚਪਨ ਤੋਂ ਹੀ। ਅਤੇ ਫਾਦਰ ਨੂੰ ਯੂਨੀਫਾਰਮ ਦੇਖਦੇ ਸੀਗੇ, ਉਹ ਆਪਦੀ ਡਿਊਟੀ 'ਤੇ ਜਾਂਦੇ ਸੀ, ਟ੍ਰੇਨਿੰਗ 'ਤੇ ਜਾਂਦੇ ਸੀ, ਬਾਰਡਰ ਤੇ ਜਾਂਦੇ ਸੀ। ਅਤੇ ਉਸ ਤੋਂ ਫਿਰ ਅਸੀਂ ਬ੍ਰਦਰਸ ਜਿਹੜੇ ਹੈ ਅਸੀਂ ਕਾਫੀ ਇੰਸਪਾਇਰ ਹੋਏ ਅਤੇ ਅਸੀਂ ਕਿਹਾ ਕਿ ਬਈ ਇੰਡੀਅਨ ਆਰਮੀ ਜੁਆਇਨ ਕਰਕੇ ਜੋ ਆਪਣੇ ਦੇਸ਼ ਦੀ ਸੇਵਾ ਕਰਨਾ, ਆਪਣੇ ਕੰਟਰੀ ਦੀ ਸੇਵਾ ਕਰਨਾ, ਉਹ ਇੱਕ ਬਹੁਤ ਹੀ ਨੋਬਲ ਪ੍ਰੋਫੈਸ਼ਨ ਹੈ
ਤੇ ਫਿਰ ਇਸੇ ਕਰਕੇ ਅਸੀਂ ਦੋਨਾਂ ਬ੍ਰਦਰਸ ਨੇ ਹਾਰਡ ਵਰਕ ਕੀਤਾ। ਇਨਫੈਕਟ ਮੇਰੇ ਐਲਡਰ ਬ੍ਰਦਰ ਹੈ ਉਹ NDA ਪੂਨਾ ਦੇ ਥਰੂ ਕਮਿਸ਼ਨ ਹੋਏ ਸੀ, ਜਿਹੜਾ ਕਿ ਇੱਕ ਵਰਲਡ ਕਲਾਸ ਅਕੈਡਮੀ ਹੈ, ਟ੍ਰੇਨਿੰਗ ਅਕੈਡਮੀ, ਤੇ ਉਹ ਕਰਨਲ ਦੇ ਰੈਂਕ ਤੇ ਪਹੁੰਚੇ। ਫਿਰ ਮੈਂ ਕੰਬਾਈਨਡ ਡਿਫੈਂਸ ਸਰਵਿਸਿਜ਼ ਦੇ ਥਰੂ ਗਿਆ ਤੇ ਮੈਂ ਵੀ ਫੁੱਲ ਕਰਨਲ ਦੇ ਰੈਂਕ ਤੇ ਰਿਟਾਇਰ ਹੋਇਆ। ਰੀਸੈਂਟਲੀ ਹੁਣ ਮੇਰੀ ਰਿਟਾਇਰਮੈਂਟ ਹੋਈ ਹੈ। ਤੇ ਫਾਦਰ ਸਾਹਿਬ ਨੇ ਸਿਖਾਇਆ ਕਿ ਵੀ ਜਿਹੜਾ ਆਪਦਾ ਕੰਟਰੀ ਹੈ, ਜਿਹੜਾ ਨੈਸ਼ਨਲ ਹੈ, ਇੰਡੀਆ ਹੈ, ਇਸ ਤੋਂ ਅੱਛੀ ਕੋਈ ਜਗ੍ਹਾ ਨਹੀਂ ਹੈ। ਸਰ, ਜਿਸ ਤਰੀਕੇ ਦੇ ਨਾਲ ਅੱਜ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਡੈਮੇਜ ਹੁੰਦੀਆਂ ਜਾ ਰਹੀਆਂ ਨੇ, ਔਰ ਬੱਚੇ ਜਿਹੜੇ ਹੈਗੇ ਆ ਉਹ ਇੱਕ ਮਟੀਰੀਅਲਿਸਟਿਕ ਦੁਨੀਆ ਦੇ ਵਿੱਚ ਜ਼ਿਆਦਾ ਨੇ, ਜੋ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਪਣਾ ਕੈਰੀਅਰ ਬਣਾਉਣਾ, ਵੀ ਹੈਵ ਟੂ ਗੋ, ਵੀ ਹੈਵ ਟੂ ਲਿਵ ਲੋਨ, ਸਾਨੂੰ ਅਸੀਂ ਆਪਣੇ ਸਰਵਿਸਿਜ਼ 'ਤੇ ਜਾਣਾ ਹੈਗਾ। ਔਰ ਮਦਰ ਫਾਦਰ ਉਹ ਰੁੱਖ ਜਿਹੜੇ ਸਾਰੀ ਜ਼ਿੰਦਗੀ ਉਹਨਾਂ ਨੂੰ ਜਨਮ ਦੇ ਕੇ ਵੱਡੇ ਕਰਦੇ ਹੈਗੇ ਆ, ਔਰ ਉਹਨਾਂ ਦੇ ਵੀ ਮਾਈਂਡ 'ਚ ਹੁੰਦਾ, ਕਿਉਂਕਿ ਜਦੋਂ ਬਜ਼ੁਰਗ ਹਾਲਾਤ ਹੋ ਜਾਂਦੇ ਆ ਤਾਂ ਉਹਨਾਂ ਦਾ ਮਨ ਹੁੰਦਾ ਕਿ ਸਾਨੂੰ ਵੀ ਕੋਈ ਸੰਭਾਲਣ ਵਾਲਾ, ਸਾਡੀ ਕੋਈ ਦੇਖ ਰੇਖ ਕਰਨ ਵਾਲਾ ਹੋਵੇ, ਲੇਕਿਨ ਉਹ ਉਹਨਾਂ ਦੇ ਕੈਰੀਅਰ ਕਰਕੇ ਉਹ ਫਿਰ ਵਿਚਾਰੇ ਪਿੱਛੇ ਹਟ ਜਾਂਦੇ ਆ। ਕੀ ਕਹਿਣਾ ਚਾਹੋਗੇ ਕਿ ਅੱਜ ਦਾ ਜਿਹੜਾ ਯੁੱਗ ਹੈਗਾ, ਜਿੱਦਾਂ ਤੁਸੀਂ ਆਪਣੇ ਫਾਦਰ ਨੂੰ, ਹਾਲਾਂਕਿ ਉਹ ਨਹੀਂ ਰਹੇ ਤਾਂ ਵੀ 34th ਈਅਰ ਦੇ ਵਿੱਚ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਸ਼ਰਧਾਂਜਲੀ ਔਰ ਉਹਨਾਂ ਨੂੰ ਪਿਆਰ ਕਰ ਰਹੇ ਹੋ, ਔਰ ਅੱਜ ਵੈਲਿਊਜ਼ ਜਿਹੜੀਆਂ ਡੈਮੇਜ ਹੋਣ ਜਾ ਰਹੀਆਂ ਨੇ, ਉਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਦੇਖੋ, ਮੈਂ ਜਿਹੜੀ ਮੌਜੂਦਾ ਜਨਰੇਸ਼ਨ ਹੈ ਉਹਨੂੰ ਇੱਕੋ ਹੀ ਨਸੀਹਤ ਦੇ ਸਕਦਾ ਹੈ ਕਿ ਇਹ 올ਡ ਏਜ ਹੈ, ਜਿਹੜਾ ਬੁਢਾਪਾ ਹੈ, ਇਹ ਹਰੇਕ ਦੇ ਉੱਪਰ ਆਉਣਾ ਹੈਗਾ। ਤੇ ਮਾਂ-ਬਾਪ ਜਿਹੜੇ ਆਪਦੀਆਂ ਕੁਰਬਾਨੀਆਂ ਕਰਕੇ ਬੱਚਿਆਂ ਨੂੰ ਪਾਲਦੇ ਨੇ, ਉਹਨਾਂ ਨੂੰ ਵੱਡਾ ਕਰਦੇ ਆ, ਉਹਨਾਂ ਨੂੰ ਅੱਛੀ ਐਜੂਕੇਸ਼ਨ ਦਿੰਦੇ ਹੈ, ਤੇ ਇਹ ਬੱਚੇ ਵੀ ਇੱਕ ਦਿਨ ਬਜ਼ੁਰਗ ਬਣਨਗੇ ਤੇ ਉਸ ਵੇਲੇ ਫਿਰ ਇਹ ਦੇਖਣਗੇ ਕਿ ਸਾਡੇ ਬੱਚੇ ਸਾਨੂੰ ਕੇਅਰ ਕਰਦੇ ਆ ਕਿ ਨਹੀਂ। ਤੇ ਪੈਰੈਂਟਲ ਕੇਅਰ ਇਹ ਬਹੁਤ ਜ਼ਰੂਰੀ ਹੈ। ਇਹ ਪਰ ਇਹ ਜਿਹੜੀਆਂ, ਕਿਉਂਕਿ ਵੈਲਿਊਜ਼, ਫੈਮਿਲੀ ਵੈਲਿਊਜ਼ ਬਹੁਤ ਘਟ ਗਈਆਂ ਨੇ ਤੇ ਬਹੁਤ ਥੱਲੇ ਜਾ ਰਹੀਆਂ ਨੇ, ਇਸ ਕਰਕੇ ਇਹ ਇੱਕ ਪੁਆਇੰਟ ਹੈ ਜਿਹਦੇ ਉੱਪਰ ਅਸੀਂ ਸਾਰਿਆਂ ਨੂੰ ਗੌਰ ਕਰਨਾ ਪਏਗਾ ਵੀ ਮਾਂ-ਬਾਪ, देयर इज़ अ सेइंग, कहावत है कि माता पिता ते जवानी, ये तीन चीज़ां जो चलिया जांदियां, इन्हां दा कोई रिप्लेसमेंट नहीं है। माँ और बाप चले गए, उन्होंने तुहाडा कोई फ्रेंड च चला गया, उहदा रिप्लेसमेंट है, तुहाडा कोई कज़न चला गया तो एक रिप्लेसमेंट है, लेकिन माता पिता का कोई रिप्लेसमेंट नहीं। वो एक वन टाइम पूंजी हुंदी है, वन टाइम प्रॉपर्टी हुंदी है। इस करके नवी जनरेशन नूं चाहिदा कि भी उन्हां दी वैल्यू नूं समझण ते उन्हां दियां जे बुढ़ापे 'च गलतियां करदे ने उन्हां नूं माफ़ करन, इग्नोर करन ते उन्हां दा ख्याल रखन अखीर तक। ਸਰ, ਜਿੱਦਾਂ ਤੁਸੀਂ ਆਪਣੇ ਮਦਰ ਦਾ ਰਹਿਣ ਬਸੇਰਾ ਜਿਹੜਾ ਉਹਨੂੰ ਅਖਾੜਿਆ ਨਹੀਂ ਔਰ ਉਹਨਾਂ ਦੇ ਨਾਲ ਅਟੈਚ ਹੋ ਕੇ, ਨੋ ਡਾਊਟ ਇਟਸ ਵੈਰੀ ਡਿਫਿਕਲਟ, ਤੁਸੀਂ ਤਿੰਨੇ ਭਰਾ ਜਿਹੜੇ ਹੈਗੇ ਰਹਿ ਰਹੇ ਹੋ, ਲੇਕਿਨ ਉਹ ਪਿੰਡ ਦੇ ਵਿੱਚ ਰਹਿਣਾ ਪਸੰਦ ਕਰਦੇ ਆ। ਤੁਸੀਂ ਉਹਨਾਂ ਨੂੰ ਉਹੀ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਅਟੈਚ ਕੀਤਾ ਜਿੱਦਾਂ ਉਹ ਚਾਹੁੰਦੇ ਆ। ਕੀ ਕਹਿਣਾ ਚਾਹੋਗੇ ਕਿ ਇੱਕ ਰਹਿਣ ਬਸੇਰਾ ਜਿਹੜਾ ਇੱਕ ਪੇਰੈਂਟਲ ਜਿਹੜੀ ਚੀਜ਼ ਹੈਗੀ ਆ, ਜਿੱਥੇ ਪਿੰਡ ਦੇ ਲੋਕ ਜਾਣਦੇ ਹੁੰਦੇ ਆ, ਪਿਆਰ ਕਰਦੇ ਹੁੰਦੇ ਆ, ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ, ਔਰ ਉਹਦੇ 'ਚ ਆਪਾਂ ਜਿਹੜੇ ਹੈਗੇ ਆ ਵੈਲਿਊਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਸ਼ੁੱਡ ਅੰਡਰਸਟੈਂਡ ਕਿ ਆਪਣੇ ਮਾਂ-ਬਾਪ ਜਿਹੜੇ ਹੈਗੇ ਜਿਨ੍ਹਾਂ ਨੇ ਜਨਮ ਦਿੱਤਾ ਹੈਗਾ, ਉਹਨਾਂ ਦੀ ਵੀ ਲਾਈਫ ਹੈ, ਉਹਨਾਂ ਦੀ ਵੀ ਇਹ ਨਹੀਂ ਕਿ ਅਸੀਂ ਉਹਨੂੰ ਚੱਕ ਕੇ ਖਿਡੌਣੇ ਬਣਾਇਆ ਹੋਵੇ ਵੀ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ ਉਹਨਾਂ ਨੂੰ, ਔਰ ਉੱਥੇ ਉਹ ਦੁਨੀਆ ਦੇ ਵਿੱਚ ਜਿਹੜੀ ਦੇ ਵਿੱਚ ਚਾਹੇ ਅਸੀਂ ਟਿਲੀਨਰ ਹੋ ਜਾਈਏ, ਪੈਸਿਆਂ ਦੀ ਸਾਨੂੰ ਨਹੀਂ, ਉਹਨਾਂ ਨੂੰ ਤਾਂ ਉਹੀ ਆਪਣੀ ਉਹਨਾਂ ਦੀ ਵੀ ਲਾਈਫ ਹੈਗੀ ਆ, ਉਹਨਾਂ ਨੇ ਵੀ ਆਪਣਾ ਉਹ ਟਾਈਮ ਪਾਸ ਜਿਹੜਾ ਹੈਗਾ ਔਰ ਉਹ ਖੁਸ਼ੀ ਕਰਨਾ ਹੁੰਦਾ। नहीं, मैं तुहाडी गल तो बिल्कुल सहमत हाँ। मेरे मदर नॉर्मली मेरे नाल ही रहंदे ने, हुण पिछले तकरीबन 2 सालों तो मेरे नाल चंडीगढ़ ही सी ते उन्हां नूं बहुत वड्डी मैडिकल प्रॉब्लम हुई, मैं उन्हां दा ऑपरेशन कराया, उन्हां नूं ठीक कराया ते फिर वो कुछ महीनों वास्ते जिवें तुसीं कह रहे हो भी पिंड दे विच अपना एंसैस्ट्रल रहन बसेरा हुंदा, उत्थे वो चले गए ने क्योंकि उत्थे अपना पुराने लोग ने, उन्हां दा एक सर्कल है, एक माहौल है ਤੇ ਉੱਥੇ ਉਹ ਖੁਸ਼ ਨੇ ਤੇ ਅਸੀਂ ਬਾਰੀ ਅਸੀਂ ਗੇੜਾ ਮਾਰੀਦਾ ਉੱਥੇ ਤੇ ਉਹਨਾਂ ਦੀਆਂ ਰੋਜ਼ ਉਹਨਾਂ ਨਾਲ ਫੋਨ ਤੇ ਗੱਲ ਕਰੀਦੀ ਹੈ ਤੇ ਕੁਝ ਮਹੀਨਿਆਂ ਬਾਅਦ ਮੈਂ ਉਹਨਾਂ ਨੂੰ ਫਿਰ ਵਾਪਸ ਚੰਡੀਗੜ੍ਹ ਲਿਆਵਾਂਗਾ, ਆਪਦੇ ਕੋਲੇ ਰਹਿਣਗੇ ਮੇਰੇ ਕੋਲੇ। ਮਤਲਬ ਆਈ ਮੀਨ ਟੂ ਸੇ ਕਿ ਜਿਸ ਤਰੀਕੇ ਦੇ ਨਾਲ ਪੋਤੇ ਪੋਤੀਆਂ ਦਾ ਵੀ ਉਹਨਾਂ ਨੂੰ ਹੁੰਦਾ ਔਰ ਤੁਹਾਡੇ ਨਾਲ ਬੇਟਿਆਂ ਨਾਲ ਵੀ ਸਾਰਿਆਂ ਨਾਲ ਪਿਆਰ ਕਰਦੇ ਹੁੰਦੇ ਆ, ਪਰ ਉਹਦੇ ਨਾਲ ਸਿਸਟਰ ਧਰਤੀ ਨੂੰ ਪਿਆਰ ਕਰਦੇ ਹੁੰਦੇ। ਜਿੱਦਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਚੱਲ ਕੋਈ ਨਹੀਂ ਮਾਤਾ ਤੂੰ ਉੱਥੇ ਜਾਣਾ, ਕੋਈ ਨਹੀਂ ਉੱਥੇ ਵੀਰੇ ਪਾ ਲਾ, ਕਿ ਤੁਹਾਨੂੰ ਬੜਾ ਫਿਕਰ ਹੈਗਾ ਬਹੁਤ ਜ਼ਿਆਦਾ, ਮਤਲਬ ਆਪਾਂ ਉੱਥੇ ਵੀ ਰਹਿਣਾ ਆਪਾਂ ਨੂੰ ਮੁਸ਼ਕਿਲ ਹੁੰਦਾ ਆਪਣੀ ਸਰਵਿਸਿਜ਼ ਦੇ ਵਿੱਚ, ਲੇਕਿਨ ਫਿਰ ਵੀ ਉਹਨਾਂ ਨੂੰ ਵੀ ਜਿੱਦਾਂ ਮਜ਼ੇ ਉਹਨਾਂ ਦੇ ਟੂਰ ਹੀ ਨੇ। ਮਤਲਬ ਲੋਕ ਕਹਿੰਦੇ ਅਸੀਂ ਤੀਰਥ ਸਥਾਨ ਕਰਾਉਂਦੇ, ਅਸੀਂ ਮਾਂ ਬਾਪ ਨੂੰ ਉੱਥੇ ਲੈ ਕੇ ਜਾਂਦੇ, ਉੱਥੇ ਲੈ ਕੇ ਜਾਂਦੇ, ਸੋਚਦੇ ਹੋ ਕਿ ਉਹੀ ਤੀਰਥ ਸਥਾਨ ਹੈ ਜਿਹੜਾ ਉਹਨਾਂ ਦੇ ਆਸ਼ਾ ਮੁਤਾਬਕ ਕੀਤਾ ਜਾਵੇ। हाँ नहीं, बिल्कुल तुसी ठीक कह रहे हो। जो किसी भी औरत का जोड़ा पक्का घर हुंदा है उस दे नाल ओहदी बहुत अटैचमेंट हो जाती है। जो साडा घर हैगा उत्थे लुधियाना च, वो मेरे फादर ते मदर ने आपदी कड़ी मेहनत नाल मिल जुल के बनाया सी ते उस घर दे विच हरेक औरत नूं एक अटैचमेंट हो जाती है। हालांकि वो मेरे को आंदे ने, साल 1.5 साल रहणगे,
ਲੇਕਿਨ ਕੁਝ ਦਿਨਾਂ ਬਾਅਦ ਫਿਰ ਉਹਨਾਂ ਦਾ ਮਨ ਕਰੇਗਾ ਨਹੀਂ ਮੈਂ ਵਾਪਸ ਆਪਦੇ ਘਰ ਜਾ ਕੇ ਕੁਝ ਦਿਨਾਂ ਲਈ ਰਹਾਂ, ਤੇ ਇਸ ਕਰਕੇ ਉਹ ਫਿਰ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਹਾਂ, ਉਹ ਜਾਂਦੇ ਨੇ ਰਹਿੰਦੇ ਆ, ਫਿਰ ਵਾਪਸ ਸਾਡੇ ਕੋਲ ਆ ਜਾਂਦੇ ਹੈ। ਤੇ ਪਰਮਾਤਮਾ ਦੀ ਕਿਰਪਾ ਹੈ ਕਿ ਉਹਨਾਂ ਦੀ ਏਜ 87 ਹੈ ਤੇ ਉਹਨਾਂ ਨੂੰ ਕੇਅਰ ਕਰਨ ਦਾ ਮੌਕਾ ਮਿਲਿਆ ਹੈ। ਤਕਰੀਬਨ 15 ਸਾਲ ਪਹਿਲਾਂ ਉਹਨਾਂ ਨੂੰ ਕੈਂਸਰ ਹੋਇਆ ਸੀ ਮੇਰੇ ਮਦਰ ਨੂੰ, ਤੇ ਉਸ ਵੇਲੇ ਮੇਰੀ ਪੋਸਟਿੰਗ ਬੰਬੇ ਸੀਗੀ, ਆਰਮੀ ਦੀ ਪੋਸਟਿੰਗ, ਤੇ ਫਿਰ ਮੈਂ ਉਹਨਾਂ ਨੂੰ ਬੰਬੇ ਲੈ ਗਿਆ। ਉੱਥੇ ਨੇਵੀ ਦਾ ਹਸਪੀਟਲ ਹੈ ਬਹੁਤ ਮੰਨਿਆ ਹੋਇਆ, ਇੰਡੀਅਨ ਨੇਵਲ ਸ਼ਿਪ ਅਸ਼ਵਨੀ ਕਰਕੇ, ਤੇ ਉੱਥੇ ਮੈਂ ਉਹਨਾਂ ਦਾ ਕੈਂਸਰ ਦਾ ਇਲਾਜ ਕਰਾਇਆ। ਤਕਰੀਬਨ 2 ਸਾਲ ਉਹਨਾਂ ਦਾ ਇਲਾਜ ਚੱਲਿਆ ਤੇ ਉਹ ਕੈਂਸਰ ਉਹਨਾਂ ਦਾ ਠੀਕ ਹੋ ਗਿਆ ਉਹਨਾਂ ਦਾ, ਤੇ ਅੱਜ ਦੀ ਡੇਟ 'ਚ ਉਹ ਕਾਫੀ ਅੱਛੀ ਹੈਲਥ ਹੈ ਉਹਨਾਂ ਦੀ। ਸਰ, ਜੋ ਇਤਫਾਕ ਸਿਸਟਰ ਜਿਹੜੇ ਮਦਰ ਫਾਦਰ ਆ ਭਾਲਦੇ ਆ ਵੀ ਸਾਡੇ ਬੱਚੇ ਇਕੱਠੇ ਰਹਿਣ, ਉਹਨਾਂ ਦਾ ਆਪਸ ਦੇ ਵਿੱਚ ਮਨਮੁਟਾਵ ਨਾ ਹੋਵੇ ਔਰ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਪੋਜ਼ਿਟਿਵਿਟੀ ਔਰ ਵਧਾਈ ਮਿਲਦੀ ਹੈਗੀ ਆ, ਕੀ ਕਹਿਣਾ ਚਾਹੋਗੇ ਤੁਸੀਂ? ਤਿੰਨੇ ਭਰਾਵਾਂ ਨੇ ਨੋ ਡਾਊਟ ਕਿ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਫੀਲਡ 'ਚ ਗੁਜ਼ਾਰੀ, ਲੇਕਿਨ ਉਹਨਾਂ ਦੇ ਸਾਹਮਣੇ ਸਾਰਾ ਜਿਹੜਾ ਹੈਗਾ ਪਰਿਵਾਰ ਇੱਕੋ ਹੀ ਮੁੱਠ ਹੈਗਾ ਔਰ ਇਸ ਗੱਲ ਦਾ ਵੀ ਉਹਨਾਂ ਨੂੰ ਬੜੀ ਪੋਜ਼ਿਟਿਵਿਟੀ ਹੁੰਦੀ ਆ ਮਾਂ-ਬਾਪ ਨੂੰ। ਹਾਂਜੀ ਬਿਲਕੁਲ, ਇਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਫਾਦਰ ਸਾਹਿਬ ਦੀ ਡੈਥ 34 ਸਾਲ ਪਹਿਲਾਂ ਹੋਈ ਸੀ। ਉਸ ਤੋਂ ਬਾਅਦ ਮੈਂ ਮਿਲਟਰੀ ਜਿਹੜੇ ਸਟੇਸ਼ਨ ਤੇ ਪੋਸਟਿੰਗ ਜਾਂਦਾ ਸੀ, ਮੈਂ ਮਦਰ ਨੂੰ ਆਪਦੇ ਨਾਲ ਰੱਖਦਾ ਸੀ, ਤੇ ਉਹਨਾਂ ਦੀ ਕੇਅਰ ਦੇ ਵਿੱਚ ਮੇਰੀ ਵਾਈਫ ਸਰਬਜੀਤ ਕੌਰ ਜਿਹੜੀ ਹੈ ਉਹਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਕਿ ਉਹਨਾਂ ਨੇ ਬਹੁਤ ਉਹਨਾਂ ਦੀ ਕੇਅਰ ਕਰਨ 'ਚ ਮੇਰੀ ਹੈਲਪ ਕੀਤੀ ਹੈ। ਤੇ ਇਸ ਕਰਕੇ ਮੈਂ ਬਹੁਤ ਲੱਕੀ ਸਮਝਦਾ ਹਾਂ ਕਿ ਫਾਦਰ ਸਾਹਿਬ ਤਕਰੀਬਨ 34 ਇਅਰਸ ਹਰ ਸਾਲ ਅਸੀਂ ਉਹਨਾਂ ਨੂੰ ਯਾਦ ਕਰੀਦਾ, ਉਹਨਾਂ ਦਾ ਪੇਪਰ ਦੇ ਵਿੱਚ ਓਬੀਚੁਰੀ ਕਾਲਮ 'ਚ ਉਹਨਾਂ ਦਾ ਰਿਮੈਂਬਰੈਂਸ ਮੈਸੇਜ ਅਸੀਂ ਕੱਢੀਦਾ। ਤੇ ਇਸ ਤੋਂ ਇਲਾਵਾ ਮਦਰ ਦੀ ਅਸੀਂ ਲਗਾਤਾਰ ਕੇਅਰ ਕਰ ਰਹੇ ਹਾਂ, ਤੇ ਅਸੀਂ ਪਰਮਾਤਮਾ ਦੀ ਕਿਰਪਾ ਹੈ ਕਿ ਵੀ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਵੀ ਇੱਦਾਂ ਦਾ ਇਹ ਸਾਨੂੰ ਮੌਕਾ ਮਿਲ ਰਿਹਾ ਹੈ। ਸਰ, ਬਹੁਤ ਵੱਡੇ ਡਾਟਾਸ ਹੈਗੇ ਆ, ਪਰ ਅਸੀਂ ਦੇਖਣ ਵਾਲੇ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਅੱਜ ਵੀ ਵੈਲਿਊਜ਼ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਹੈਗੀਆਂ। ਤੁਸੀਂ ਵੀ ਉਹੀ ਵੈਲਿਊਜ਼ ਨੂੰ ਲੈ ਕੇ ਆਪਣੇ ਮਦਰ ਫਾਦਰ ਨੂੰ, ਜਿਹੜੇ ਵਿਚਾਰੇ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਹੁੰਦੇ ਆ, ਜਿਨ੍ਹਾਂ ਦੇ ਵਿੱਚ ਤਾਕਤ ਨਹੀਂ ਹੁੰਦੀਗੀ, ਉਹਨਾਂ ਨੇ ਵਿਚਾਰਿਆਂ ਨੇ ਆਪਾਂ ਨੂੰ ਕੋਈ ਕੰਮ ਨਹੀਂ ਦੇਣਾ ਹੁੰਦਾ, ਲੇਕਿਨ ਉਹਨਾਂ ਦੀ ਜ਼ਿੰਦਗੀ ਨੂੰ ਜਿਨ੍ਹਾਂ ਨੇ ਖੂਨ ਦੇ ਕਤਰਿਆਂ ਨਾਲ ਬਣਾਇਆ ਬਹੁਤ ਅੱਛੇ ਤਰੀਕੇ ਦੇ ਨਾਲ, ਔਰ ਉਹਨਾਂ ਦੀ ਸੇਵਾ ਕਰੋ ਜਿਹਦੇ ਨਾਲ ਉਹਨਾਂ ਦੀ ਅਸੀਸਾਂ, ਉਹਨਾਂ ਨੇ ਕੁਝ ਨਹੀਂ ਲੈਣਾ ਆਪਣੇ ਤੋਂ, ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਰਾਖੀ ਕਰਨੀ ਆ, ਉਹ ਆਪਣੇ ਘਰ ਦੇ ਜਿੰਦੇ ਨੇ। ਸਰ, ਤੁਹਾਨੂੰ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਗਰਗ ਜੀ, ਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰਾ ਇੰਟਰਵਿਊ ਲਿਆ, ਤੇ ਜੋ ਛੋਟਾ ਮੋਟਾ ਮੈਂ ਆਪਦੇ ਫਾਦਰ ਸਾਹਿਬ ਦੀ ਯਾਦ ਦੇ ਲਈ ਕਰ ਰਿਹਾ ਉਸ ਨੂੰ ਯਾਦ ਕੀਤਾ ਤੇ ਉਸ ਨੂੰ ਹਾਈਲਾਈਟ ਕੀਤਾ, ਇਹਦੇ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਥੈਂਕ ਯੂ।